बिस्मिल्लाहिर्रहमानिर्रहीम अस्सलामुअलैकुम वरहमतुल्लाहि वबरकातुहू। 18 अक्तूबर ਨੂੰ ਇੱਕ ਭਰਾ ਆਪਣੀ ਸਕੀ ਭੈਣ ਦੇ ਘਰ ਜਾਂਦਾ। ਉਹਦੀ ਭੈਣ ਜਿਹੜੀ ਆ ਬੜੀ ਖੁਸ਼ ਹੁੰਦੀ ਆ, ਉਹਨੂੰ ਬਿਠਾਉਂਦੀ ਆ, ਕਹਿੰਦੀ ਸ਼ੁਕਰ ਆ ਤੂੰ ਵੀ ਅੱਜ ਆਇਆ ਜੇ ਤੇਰਾ ਵੀ ਟਾਈਮ ਲੱਗ ਗਿਆ। ਭਰਾ ਕਹਿਣ ਲੱਗਾ ਕਿ ਮੈਂ ਲਾਹੌਰ ਨੂੰ ਜਾਣਾ ਸੀ ਕੱਲ ਸਵੇਰ 8 ਵਜੇ ਤੇ ਮੈਂ ਕਿਹਾ ਚਲੋ ਇੱਥੇ ਤੇਰੇ ਕੋਲ ਆ ਕੇ ਰਾਤ ਗੁਜ਼ਾਰਦਾ ਤੇ ਸੁਬਾਹ ਉੱਠਾਂਗਾ ਇੱਥੋਂ ਤੇ ਲਾਹੌਰ ਚਲਾ ਜਾਵਾਂਗਾ। ਭੈਣ ਬੜੀ ਖੁਸ਼ ਹੁੰਦੀ ਆ, ਉਹਨੂੰ ਖਾਣਾ ਖਿਲਾਉਂਦੀ ਆ। ਖਾਣਾ ਖਿਲਾ ਕੇ ਜਿਸ ਵੇਲੇ ਰਾਤ ਹੋ ਜਾਂਦੀ ਆ, ਭੈਣ ਕਹਿੰਦੀ ਆ ਭਾਈ ਮੈਂ ਨਾ ਤੇਰਾ ਬਿਸਤਰਾ ਉੱਪਰ ਜਿਹੜਾ ਛੱਤ 'ਤੇ ਕਮਰਾ ਬਣੇ ਆ ਉੱਥੇ ਕਰ ਦਿੱਤਾ ਤੇ ਜਾ ਕੇ ਉੱਥੇ ਸੋ ਜਾਣਾ ਤੁਸੀਂ। ਭਰਾ ਜਿਹੜਾ ਉੱਠ ਕੇ ਜਾ ਕੇ ਉੱਪਰ ਜਿਹੜਾ ਕਮਰਾ ਬਣੇ ਆ ਉੱਥੇ ਬਿਸਤਰ ਉਹਦਾ ਲੱਗੇ ਆ, ਜਾ ਕੇ ਤੇ ਸੋ ਜਾਂਦਾ। ਜਿਸ ਵੇਲੇ ਸੋ ਜਾਂਦਾ ਸੁਬਾਹ 19 ਅਕਤੂਬਰ ਹੁੰਦੀ ਆ ਤੇ ਭੈਣ ਕਹਿੰਦੀ ਆ ਆਪਣੀ ਬੇਟੀ ਨੂੰ, ਜਿਹਦਾ ਨਾਮ ਰੁਖਸਾਨਾ ਹੁੰਦਾ, ਉਹਨੂੰ ਕਹਿੰਦੀ ਆ ਬੇਟੀ ਜਾ ਕੇ ਆਪਣੇ ਮਾਮੂ ਨੂੰ ਉਠਾ ਕਿ ਉਹਨੇ ਲਾਹੌਰ ਸੁਬਾਹ 8 ਵਜੇ ਜਾਣਾ ਸੀ, ਲੇਟ ਨਾ ਹੋ ਜਾਏ, ਹਜੇ ਤੱਕ ਉਹ ਉੱਠਿਆ ਨਹੀਂ ਹੈਗਾ। ਉਹ ਜਿਹੜੀ ਬੇਟੀ ਆ ਸੀੜੀਆਂ ਚੜ੍ਹਦੀ ਜਾਂਦੀ ਆ ਤੇ ਜਾ ਕੇ ਤੇ ਮਾਮੂ ਨੂੰ ਉਠਾਉਂਦੀ ਆ, ਮਾਮੂ ਉਠੋ ਤੁਸੀਂ ਲਾਹੌਰ ਜਾਣਾ, ਟਾਈਮ ਹੋ ਗਿਆ। ਮਾਮੂ ਜਿਹੜਾ ਯਕਦਮ ਉੱਠਦਾ ਤੇ ਉਹਨੇ ਸਰਾਣੇ ਪਿਸਟਲ ਜਿਹੜਾ ਲੋਡ ਕਰਕੇ ਰੱਖਿਆ ਹੁੰਦਾ, 12 ਬੋਰ ਪਿਸਟਲ ਕੱਢ ਕੇ ਤੇ ਠਾ ਉਹਨੂੰ 2 ਗੋਲੀਆਂ ਮਾਰ ਦਿੰਦਾ। ਇੱਕ ਛਾਤੀ ਤੇ ਲੱਗਦੀ ਆ, ਇੱਕ ਬਾਜ਼ੂ ਦੇ ਵਿੱਚ ਲੱਗਦੀ ਆ। ਉਹ ਥਾਂ ਤੇ ਢੇਰ ਹੋ ਜਾਂਦੀ ਆ। ਉਸ ਤੋਂ ਬਾਅਦ ਆਪਣੀ ਛਾਤੀ ਦੇ ਉੱਤੇ ਸਿੱਧਾ ਫਾਇਰ ਮਾਰਦਾ, ਗੋਲੀ ਮਾਰਦਾ, ਖੁਦ ਵੀ ਮਰ ਜਾਂਦਾ। ਦੋਨੋਂ ਉੱਥੇ ਜਿਸ ਵੇਲੇ ਲਹੂ ਲਹਾਨ ਹੋ ਗਏ, ਮਰ ਗਏ। ਆਵਾਜ਼ ਜਿਸ ਵੇਲੇ ਉਹਦੀ ਭੈਣ ਨੇ ਸੁਣੀ, ਦੌੜੀ ਆਈ ਆ ਤੇ ਆ ਕੇ ਵੇਖਦੀ ਆ ਤੇ ਦੋਨੋਂ ਮਰੇ ਪਏ ਨੇ। ਹੁਣ ਇਸ ਮਾਮੂ ਨੇ ਇਸ ਸਕੀ ਭਾਣਜੀ ਨੂੰ ਕਿਉਂ ਮਾਰਿਆ, ਵਜ੍ਹਾ ਉਹਦੀ ਮਾਰਨ ਦੀ ਕੀ ਸੀ, ਉਹਦੇ ਨਾਲ ਕਿਹੜੀ ਐਸੀ ਦੁਸ਼ਮਣੀ ਸੀ, ਉਹ ਸਾਰੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹ ਵਾਕਿਆ ਜਿਹੜਾ ਸਾਹੀਵਾਲ ਦਾ ਜ਼ਿਲ੍ਹਾ ਤੇ ਚੀਚਾ ਵਤਨੀ ਦੇ ਇਲਾਕੇ ਦੇ ਵਿੱਚ ਇਹ ਪੇਸ਼ ਆਇਆ ਵਾਕਿਆ। ਉੱਥੇ ਇੱਕ ਫੈਮਿਲੀ ਦਾ ਸਰਬਰਾਹ ਆ ਜਿਹਦਾ ਨਾਮ ਆ ਸਾਬਰ ਦੀ ਬੀਵੀ ਦਾ ਨਾਮ ਆ ਖੁਰਸ਼ੀਦਾ ਬੀਬੀ। ਇਹਨਾਂ ਨੂੰ ਅੱਲਾਹ ਤਾਲਾ ਨੇ ਇੱਕ ਬੇਟੀ ਦਿੱਤੀ, ਉਹਦਾ ਨਾਮ ਉਹਨਾਂ ਨੇ ਰੱਖਿਆ ਰੁਖਸਾਨਾ ਕੌਸਰ। ਹੁਣ ਖੁਰਸ਼ੀਦਾ ਬੀਬੀ ਦਾ ਇੱਕ ਭਰਾ ਆ ਜਿਹੜਾ ਕਮਾਲੀਏ ਰਹਿੰਦਾ, ਉਹਦਾ ਨਾਮ ਆ ਮੁਹੰਮਦ ਅਸਲਮ ਦੀ ਉਦੋਂ ਉਮਰ 8 ਸਾਲ ਸੀ ਜਦੋਂ ਖੁਰਸ਼ੀਦਾ ਬੀਬੀ ਦੀ ਸ਼ਾਦੀ ਹੋਈ ਆ। ਇਹ ਜ਼ਿਆਦਾਤਰ ਆਪਣੀ ਭੈਣ ਦੇ ਕੋਲ ਹੀ ਰਹਿੰਦਾ ਸੀ ਕਿਉਂਕਿ ਉਹਦੇ ਨਾਲ ਬੜਾ ਪ੍ਰੇਮ ਸੀ, ਦਾ ਪਿਆਰ ਸੀ। ਜ਼ਿਆਦਾਤਰ ਵਕਤ ਆਪਣੀ ਭੈਣ ਦੇ ਘਰ ਹੀ ਗੁਜ਼ਾਰਦਾ ਸੀ। ਜਿਸ ਵੇਲੇ 1 ਸਾਲ ਤੋਂ ਬਾਅਦ ਅੱਲਾਹ ਤਾਲਾ ਨੇ ਰੁਖਸਾਨਾ ਕੌਸਰ ਬੇਟੀ ਅਤਾ ਕੀਤੀ ਤੇ ਇਹ ਜਿਹੜਾ ਮਾਮੂ ਸੀ ਨਾ, ਛੋਟੀ ਜਿਹੀ ਬੇਟੀ ਨੂੰ ਲੈ ਕੇ ਗੋਦ 'ਚ ਖਿਡਾਉਂਦਾ ਹੁੰਦਾ ਸੀ। ਉਹਨੂੰ ਫੀਡਰ ਪਿਲਾਉਣਾ, ਉਹਨੂੰ ਹਸਾਉਣਾ, ਜਦੋਂ ਉਹਨੇ ਰੋਣਾ ਉਹਨੂੰ ਬਾਹਰ ਚੁੱਕ ਕੇ ਲੈ ਜਾਣਾ। ਯਾਨੀ ਬਚਪਨ ਦੇ ਵਿੱਚ ਉਹਨੂੰ ਬੜੀ ਕੀਤਾ। ਔਰ ਉਹ ਜਿਹੜੀ ਰੁਖਸਾਨਾ ਕੌਸਰ ਆ, ਵਕਤ ਐਸਾ ਆ ਗਿਆ ਕਿ ਉਸ ਮਾਮੂ ਦੀ ਗੋਦ ਦੇ ਵਿੱਚ ਹੀ ਬੜੀ ਹੋ ਗਈ ਆ। ਹੁਣ ਇੱਕ ਦਿਨ ਐਸਾ ਹੁੰਦਾ ਕਿ ਅਸਲਮ ਜਿਹੜਾ ਆਪਣੀ ਭੈਣ ਦੇ ਕੋਲ ਜਿਸ ਵੇਲੇ ਆਂਦਾ ਤੇ ਉਹਦੀ ਭੈਣ ਕਹਿੰਦੀ ਆ ਕਿ ਤੂੰ ਹੁਣ ਨਾ ਸ਼ਾਦੀ ਕਰ ਲਾ, ਤੇਰਾ ਵਕਤ ਆ ਗਿਆ ਸ਼ਾਦੀ ਦਾ, ਤੇਰੀ ਉਮਰ 28 ਸਾਲ ਹੋ ਗਈ ਆ। ਰੁਖਸਾਨਾ ਕੌਸਰ ਜਿਹੜੀ ਆ ਇਹ ਵੀ ਬੜੀ ਹੋ ਗਈ, 19 ਸਾਲ ਦੀ ਹੋ ਗਈ ਆ। ਭਰਾ ਕਹਿੰਦਾ ਕਿ ਮੈਂ ਹਜੇ ਸ਼ਾਦੀ ਨਹੀਂ ਕਰਨੀ। ਖੈਰ ਜਦੋਂ ਵੀ ਉਹ ਸ਼ਾਦੀ ਦਾ ਨਾਂ ਲੈਂਦੀ ਆ ਉਹ ਭਾਈ ਟਰਕਾ ਦਿੰਦਾ। ਉਸ ਤੋਂ ਬਾਅਦ ਫਿਰ ਇੱਕ ਦਿਨ ਆਇਆ, ਉਹਨੇ ਭਾਈ ਨੂੰ ਕਿਹਾ ਕਿ ਭਾਈ ਹੁਣ ਤੂੰ ਸ਼ਾਦੀ ਕਰ ਲਾ, 28 ਸਾਲ ਉਮਰ ਹੋ ਗਈ ਆ। ਜਿਸ ਵੇਲੇ ਭੈਣ ਨੇ ਇਹਨੂੰ ਮਜਬੂਰ ਕੀਤਾ ਕਿ ਤੂੰ ਸ਼ਾਦੀ ਕਰ, ਕਿਉਂ ਨਹੀਂ ਕਰਦਾ, ਉਹਦੀ ਵਜ੍ਹਾ ਦੱਸ। ਫਿਰ ਅਸਲਮ ਨੇ ਅੱਗੋਂ ਵਜ੍ਹਾ ਦੱਸੀ ਕਿ ਮੈਂ ਰੁਖਸਾਨਾ ਕੌਸਰ ਨੂੰ ਪਸੰਦ ਕਰਦਾ, ਮੈਂ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ। ਹੁਣ ਭੈਣ ਜਿਹੜੀ ਆ ਭਰਾ ਦੇ ਮੂੰਹ ਵੱਲ ਵੇਖ ਰਹੀ ਆ ਕਿ ਭਰਾ ਕੀ ਕਹਿ ਰਿਹਾ। ਭੈਣ ਅੱਗੋਂ ਕਹਿੰਦੀ ਆ ਕੀ ਬਕਵਾਸ ਕਰੀ ਜਾ ਰਿਹਾ, ਤੇਰਾ ਦਿਮਾਗ ਵੀ ਠੀਕ ਆ, ਕਿਹੜੀ ਗੱਲ ਤੂੰ ਮੂੰਹੋਂ ਬੋਲ ਰਿਹਾ। ਤੇ ਭੈਣ ਹੱਕੀ ਬੱਕੀ ਰਹਿ ਜਾਂਦੀ ਆ, ਜ਼ਮੀਨ ਪੈਰਾਂ ਦੇ ਥੱਲੋਂ ਨਿਕਲ ਜਾਂਦੀ ਆ। ਤੇ ਭੈਣ ਉਹਨੂੰ ਸਮਝਾਉਂਦੀ ਆ ਕਿ ਭਾਈ ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਰਿਸ਼ਤਾ ਹਰਾਮ ਆ, ਇਸ ਤਰ੍ਹਾਂ ਨਿਕਾਹ ਭਾਣਜੀ ਦੇ ਨਾਲ ਨਹੀਂ ਇਸਲਾਮ ਦੇ ਵਿੱਚ ਹੋ ਸਕਦਾ।
ਜਿਹੜਾ ਭਰਾ ਆ ਉਹ ਕਹਿੰਦਾ ਕਿ ਮੈਂ ਇਹਦੇ ਨਾਲ ਕਰਨਾ ਹੀ ਕਰਨਾ ਰਿਸ਼ਤਾ, ਜੇ ਤੂੰ ਇਹਦੇ ਨਾਲ ਕਰੇਂਗੀ ਮੈਨੂੰ ਦੇਂਗੀ ਰਿਸ਼ਤਾ ਤਾਂ ਮੈਂ ਵਿਆਹ ਕਰਾਣਾ, ਵਰਨਾ ਮੈਂ ਨਹੀਂ ਕਰਾਣਾ। ਮੇਰੇ ਨਾਲ ਉਮਰ 'ਚ 9 ਸਾਲ ਛੋਟੀ ਆ, ਮੈਂ 9 ਸਾਲ ਹੀ ਬੜਾ ਨਾ ਉਮਰ 'ਚ, ਕੋਈ ਗੱਲ ਨਹੀਂ। ਤੇ ਲੇਕਿਨ ਭੈਣ ਉਹਨੂੰ ਬੜਾ ਸਮਝਾਉਂਦੀ ਆ। ਉਹ ਕਹਿੰਦੀ ਆ ਕਿ ਭਾਈ ਅਗਰ ਤੂੰ ਇਹ ਗੱਲ ਕਿਸੇ ਰਿਸ਼ਤੇਦਾਰ ਜਾਂ ਮੇਰੇ ਸਸੁਰਾਲ ਵਾਲਿਆਂ ਨੂੰ ਕਿਸੇ ਨੂੰ ਪਤਾ ਲੱਗ ਗਿਆ ਤੇ ਮੇਰਾ ਜਿਹੜਾ ਪੇਕਾ ਹਮੇਸ਼ਾ ਲਈ ਛੁੱਟ ਜਾਏਗਾ। ਇਹ ਜ਼ੁਬਾਨ ਇੱਥੇ ਹੀ ਬੰਦ ਕਰ ਲਾ, ਮੂੰਹ ਨੂੰ ਬੰਦ ਕਰ ਲਾ, ਕਿਸੇ ਦੇ ਨਾਲ ਕੋਈ ਗੱਲ ਨਾ ਕਰੀ। ਹੁਣ ਜਿਹੜਾ ਅਸਲਮ ਸੀ ਉਹ ਦਿਲ ਹੀ ਦਿਲ ਦੇ ਵਿੱਚ ਨਫ਼ਰਤ ਕਰਨ ਲੱਗ ਪਿਆ, ਇੱਕ ਨਫ਼ਰਤ ਦਾ ਬੀਜ ਉਗਣ ਲੱਗ ਪਿਆ ਤੇ ਇੱਥੋਂ ਚਲੇ ਜਾਂਦਾ। ਕਮਾਲੀਏ ਉਹ ਜਿਹੜਾ ਭਰਾ 8 ਦਿਨ ਹੀ ਆਉਂਦਾ ਸੀ, ਹਰ ਹਫ਼ਤੇ ਆ ਕੇ ਆਪਣੀ ਭੈਣ ਦੀ ਖਬਰ ਲੈਂਦਾ ਸੀ, ਭੈਣ ਨਾਲ ਗੱਪਸ਼ਪ ਪਿਆਰ ਮੁਹੱਬਤ ਦੇ ਨਾਲ ਗੱਲਾਂ ਕਰਦਾ ਸੀ ਤੇ ਉਹਦੇ ਦਿਲ ਦੇ ਵਿੱਚ ਨਫ਼ਰਤ ਪੈਦਾ ਹੋ ਗਈ ਜਦੋਂ ਉਹਨੇ ਇਸ ਤਰ੍ਹਾਂ ਇਨਕਾਰ ਕਰ ਦਿੱਤਾ। ਹੁਣ ਭਰਾ ਜਿਹੜਾ ਸੋਚਦਾ, ਪਲਾਨਿੰਗ ਬਣਾਉਂਦਾ ਪਏ ਮੈਂ ਕੀ ਪਲਾਨਿੰਗ ਬਣਾਵਾਂ। ਹੁਣ ਇੱਕ ਦਿਨ ਇਹ ਪਲਾਨਿੰਗ ਬਣਾਉਂਦਾ 18 ਅਕਤੂਬਰ ਨੂੰ, ਜਿਹੜਾ ਉਹ ਤੁਹਾਨੂੰ ਵਾਕਿਆ ਦੱਸਿਆ ਕਿ ਭੈਣ ਦੇ ਘਰ ਜਾਂਦਾ ਤੇ ਫਿਰ ਉੱਤੇ ਜਾ ਕੇ ਸੋ ਜਾਂਦਾ ਤੇ ਫਿਰ ਉਹ ਜਿਹੜੀ ਰੁਖਸਾਨਾ ਕੌਸਰ ਨੂੰ ਉਠਾਉਣ ਆਉਂਦੀ ਆ ਤੇ ਉਹਨੂੰ ਗੋਲੀਆਂ ਦੇ ਨਾਲ ਛਲਣੀ ਕਰ ਦਿੰਦਾ। ਤੁਸੀਂ ਦੇਖੋ, ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਮੈਂ ਤਾਂ ਕਹਾਂਗਾ ਭੈਣ ਦਾ ਕਸੂਰ ਆ। ਭੈਣ ਨੂੰ ਉਸੇ ਟਾਈਮ ਆਪਣੇ ਸ਼ੌਹਰ ਨੂੰ, ਖਾਮਦ ਨੂੰ ਦੱਸ ਦੇਣਾ ਚਾਹੀਦਾ ਸੀ ਵੀ ਇਹ ਜਿਹੜਾ ਅਸਲਮ ਆ ਇਸ ਤਰ੍ਹਾਂ ਗੰਦੀ ਨਜ਼ਰ ਰੱਖਦਾ, ਇਸ ਨੂੰ ਮਨਾ ਕਰ ਦਿੰਦੀ ਔਰ ਆਪਣੇ ਘਰ ਨਾ ਆਉਣ ਦਿੰਦੀ ਔਰ ਆਪਣੇ ਸ਼ੌਹਰ ਨੂੰ ਦੱਸ ਦਿੰਦੀ। ਇਸ ਤਰ੍ਹਾਂ ਇਹ ਕੰਮ ਸਿੱਧਾ ਹੋ ਸਕਦਾ ਸੀ। ਲੇਕਿਨ ਭੈਣ ਨੇ, ਉਹ ਭਰਾ ਦੀ ਉੱਧਰ ਮੁਹੱਬਤ ਸੀ ਤੇ ਉੱਧਰ ਬੇਟੀ ਦੀ ਮੁਹੱਬਤ ਸੀ ਤੇ ਚੁੱਪ ਕਰਕੇ ਦੜ ਵੱਟ ਗਈ, ਜਿਹਦੀ ਵਜ੍ਹਾ ਨਾਲ ਇਹ ਵਾਕਿਆ ਪੇਸ਼ ਆਇਆ। ਜਿਸ ਵੇਲੇ ਉਹ ਉੱਠ ਕੇ ਉਹਨੂੰ ਫਾਇਰ ਮਾਰੇ ਜਿਸ ਵੇਲੇ, ਤੇ ਉਹ ਆਪ ਨੂੰ ਵੀ ਉਹਨੇ ਫਾਇਰ ਮਾਰ ਲਿਆ, ਖੁਦਕਸ਼ੀ ਕਰ ਲਈ। ਦੋਨੋਂ ਜਿਹੜੇ ਨੇ ਨਾ ਡਿੱਗੇ ਪਏ ਹੁੰਦੇ ਨੇ। ਭੈਣ ਜਿਸ ਵੇਲੇ ਫੌਰੀ ਛੱਤ 'ਤੇ ਚੜ੍ਹ ਕੇ ਆਉਂਦੀ ਆ, ਦੇਖਦੀ ਆ ਤੇ ਬਸ ਫਿਰ ਉਹ ਖਾਮਦ ਉਹਦਾ ਸ਼ੌਹਰ ਵੀ ਪਿੱਛੇ ਆ ਜਾਂਦਾ। ਫਿਰ ਉਹ ਪੁੱਛਦਾ ਆਪਣੀ ਬੀਵੀ ਨੂੰ, ਖੁਰਸ਼ੀਦਾ ਬੀਬੀ ਨੂੰ, ਇਹ ਕਿਉਂ ਇਹਨੇ ਇਸ ਨੂੰ ਮਾਰਿਆ। ਫਿਰ ਉਹਨੇ ਸਾਰੀ ਗੱਲ ਵਾਜ਼ੇ ਕੀਤੀ। ਇਹ ਇਸ ਤਰ੍ਹਾਂ ਰਿਸ਼ਤਾ ਮੰਗਦਾ ਸੀ, ਉਸ ਵਜ੍ਹਾ ਨਾਲ ਇਹਨੇ ਇਹ ਸਾਰਾ ਵਾਕਿਆ ਕੀਤਾ ਹੋਣਾ। ਸ਼ੌਹਰ ਕਹਿੰਦਾ ਕਿ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ, ਇਹ ਤੇਰਾ ਕੰਮ ਸੀ, ਤੂੰ ਮੈਨੂੰ ਪਹਿਲਾਂ ਦੱਸ ਦੇ। ਉਸ ਤੋਂ ਬਾਅਦ ਫਿਰ 15 'ਤੇ ਕਾਲ ਹੁੰਦੀ ਆ, ਪੁਲਿਸ ਸਿਟੀ ਚੀਚਾਵਤਨੀ ਦੀ ਆ ਜਾਂਦੀ ਆ ਔਰ ਇੱਕ FIR ਦਰਜ ਹੁੰਦੀ ਆ ਔਰ ਉਸ FIR ਦੇ ਵਿੱਚ ਇਹੀ ਲਿਖਿਆ ਗਿਆ ਕਿ ਸਕਾ ਮਾਮੂ ਆਪਣੀ ਭਾਣਜੀ ਦੇ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ ਸੀ, ਜਿਹਦੀ ਵਜ੍ਹਾ ਦੇ ਨਾਲ ਉਹਨੇ ਆਪਣੀ ਭਾਣਜੀ ਨੂੰ ਔਰ ਆਪਣੇ ਆਪ ਨੂੰ ਫਾਇਰ ਮਾਰ ਲਿਆ। ਇਹ ਸੀ ਅੱਜ ਦਾ ਵਾਕਿਆ, ਬੜਾ ਹੀ ਦਰਦਨਾਕ ਵਾਕਿਆ। 2025 ਜਾ ਰਿਹਾ, ਇੰਨੀ ਲੋਕਾਂ ਨੂੰ ਹਜੇ ਤੱਕ ਅਵੇਅਰਨੈਸ, ਸ਼ਊਰ ਨਹੀਂ ਹੈਗਾ ਕਿ ਯਾਰ ਜਿਹੜਾ ਇਸਲਾਮ ਦੇ ਵਿੱਚ ਇਹ ਰਿਸ਼ਤਾ ਹਰਾਮ ਆ ਤੇ ਤੂੰ ਕਿੱਦਾਂ ਭਾਣਜੀ ਦੇ ਨਾਲ ਸ਼ਾਦੀ ਕਰ ਸਕਦਾ। ਇਹ ਸਿਰਫ ਇਸਲਾਮ ਤੋਂ, ਦੀਨ ਤੋਂ ਦੂਰੀ ਦੀ ਵਜ੍ਹਾ ਦੇ ਨਾਲ ਇਸ ਤਰ੍ਹਾਂ ਦੇ ਵਾਕਿਆਤ ਪੇਸ਼ ਆਉਂਦੇ ਨੇ ਕਿ ਜਿਨ੍ਹਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਨਿਕਾਹ ਕਿਹਦੇ ਨਾਲ ਜਾਇਜ਼ ਆ, ਕਿਹਦੇ ਨਾਲ ਨਹੀਂ ਜਾਇਜ਼ ਹੈਗਾ। ਅੱਲਾਹ ਤਾਲਾ ਤੁਹਾਨੂੰ ਸਾਨੂੰ ਸਭ ਨੂੰ ਸਮਝ ਅਤਾ ਫਰਮਾਏ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।